ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਧੋਖਾ। ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ। ਜਦੋਂ ਧੋਖਾ ਦਿੱਤਾ ਜਾ ਸਕਦਾ ਹੋਵੇ ਤਾਂ ਚੋਰੀ ਕਰਨ ਦੀ ਕੀ ਲੋੜ ਹੈ। ਕਹਿੰਦੇ ਹਨ ਘੋੜਾ ਧੋਖੇ ਨਾਲ ਹੀ ਖਰੀਦਿਆ ਵੇਚਿਆ ਜਾ ਸਕਦਾ ਹੈ। ਕਈ ਕੰਮ ਅਜਿਹੇ ਹੁੰਦੇ ਹਨ ਜਿਹੜੇ ਇਮਾਨਦਾਰੀ ਨਾਲ ਵਿਗੜ ਜਾਂਦੇ ਹਨ। ਸੋ ਅਜਿਹੇ ਕੰਮਾਂ ਨੂੰ ਰਾਸ ਕਰਨ ਲਈ ਅਸੀਂ ਆਪਣੇ ਤੋਂ ਕਿਸੇ ਵੱਡੇ ਧੋਖੇਬਾਜ਼ ਨੂੰ ਲੱਭਦੇ ਹਾਂ। ਅਸੀਂ ਦੁਕਾਨਦਾਰ ਨੂੰ ਬੜੇ ਭੋਲੇ ਬਣ ਕੇ ਆਖਦੇ ਹਾਂ, ਕੀਮਤ ਵਿੱਚ ਤਾਂ ਤੁਸੀਂ ਧੋਖਾ ਕਰ ਹੀ ਰਹੇ ਹੋ, ਪਰ ਵਸਤ ਵਿੱਚ ਨਾ ਕਰਨਾ। ਅੱਗੋਂ ਦੁਕਾਨਦਾਰ ਝਟਕਈ ਵਾਲੀ ਮੁਸਕਰਾਹਟ ਨਾਲ ਸੰਤਰਿਆਂ ਦਾ ਟੋਕਰਾ ਤੁਹਾਡੇ ਅੱਗੇ ਰੱਖ ਕੇ ਕਹਿੰਦਾ, ਖਾਓਗੇ ਤਾਂ ਯਾਦ ਕਰੋਗੇ। ਯਾਦ ਤਾਂ ਤੁਸੀਂ ਕਰੋਗੇ, ਕਿਉਂਕਿ ਜਦੋਂ ਉੱਪਰਲੇ ਭਲਵਾਨਾਂ ਵਰਗੇ ਸੰਤਰੇ ਹਟਾਓਗੇ ਤਾਂ ਥੱਲੋਂ ਬੰਟਿਆਂ ਵਰਗੇ ਸੰਤਰੇ ਨਿਕਲਣਗੇ। ਤੁਹਾਨੂੰ ਐਵੇਂ ਮਹਿਸੂਸ ਹੋਵੇਗਾ ਜਿਵੇਂ ਤੁਹਾਡੀ ਕਿਸਮਤ ਦੇ ਰੱਥ ਨੂੰ ਘੋੜਿਆਂ ਦੀ ਥਾਂ ਕੁੱਤੇ ਖਿੱਚ ਰਹੇ ਹੋਣ। ਪਰ ਕੁੱਤੇ ਵਿੱਚ ਇਹ ਗੁਣ ਹੈ ਕਿ ਉਹ ਬੰਦੇ ਨਾਲ ਧੋਖਾ ਨਹੀਂ ਕਰਦਾ, ਕਿਉਂਕਿ ਉਹ ਕੁੱਤਾ ਹੋਣ ਵਿੱਚ ਹੀ ਸੰਤੁਸ਼ਟ ਹੈ। ਇਸ ਲਈ ਉਹ ਲੰਮੇ ਅਰਸੇ ਤੱਕ ਬੰਦੇ ਲਈ ਵਫਾਦਾਰੀ ਦਾ ਆਦਰਸ਼ ਬਣਿਆ ਰਹੇਗਾ। ਇੱਕ ਕੁੱਤਾ ਜਦੋਂ ਆਪਣੇ ਸਾਥੀਆਂ ਨਾਲੋਂ ਪਿੱਛੇ ਰਹਿ ਗਿਆ ਤਾਂ ਇੱਕ ਦਰਦੀ ਕੁੱਤੇ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ, ਓਏ ਆ ਜਾ, ਜਲਦੀ ਕਰ, ਸਾਡੇ ਨਾਲ ਰਲ ਜਾ, ਨਹੀਂ ਤਾਂ ਬੰਦੇ ਦੀ ਮੌਤ ਮਰ ਜਾਵੇਗਾ। ਧੋਖਾ ਅਯੋਗਤਾ ਦਾ ਹਥਿਆਰ ਹੁੰਦਾ ਹੈ। ਜਿੱਥੇ ਯੋਗਤਾ, ਅਕਲ ਤੇ ਤਾਕਤ ਸਫਲ ਨਹੀਂ ਹੁੰਦੀ, ਉੱਥੇ ਧੋਖੇ ਤੋਂ ਕੰਮ ਲੈਣਾ ਬੜਾ ਸੁਭਾਵਿਕ ਵਰਤਾਰਾ ਹੁੰਦਾ ਹੈ। ਜਿਹੜੇ ਹਿੰਮਤ ਵਿਖਾਉਣ ਸਮੇਂ ਸੁੰਗੜ ਜਾਂਦੇ ਹਨ, ਉਹ ਧੋਖਾ ਦੇਣ ਵਿੱਚ ਬੜੇ ਚੁਸਤ, ਹਿੰਮਤੀ ਤੇ ਬਹਾਦਰ ਹੁੰਦੇ ਹਨ। ਝੋਲੀ ਚੁੱਕ ਅਤੇ ਚੁਗਲਖੋਰ, ਦੰਭੀ ਅਤੇ ਪਖੰਡੀ, ਚਲਾਕ ਅਤੇ ਮਕਾਰ, ਝੂਠੇ ਅਤੇ ਬਹਾਨੇਬਾਜ਼, ਢੋਂਗੀ ਅਤੇ ਫਰੇਬੀ ਆਦਿ ਧੋਖਾ ਦੇਣ ਦੀ ਬਿਰਤੀ ਨੂੰ ਆਪਣੀ ਯੋਗਤਾ ਸਮਝਦੇ ਹਨ। ਹਰ ਕੋਈ ਸਿਆਣਾ ਪ੍ਰਤੀਤ ਹੋਣਾ ਚਾਹੁੰਦਾ ਹੈ, ਪਰ ਜਿਹੜਾ ਸਫਲ ਨਹੀਂ ਹੁੰਦਾ ਉਹ ਧੋਖੇਬਾਜ਼ ਬਣ ਜਾਂਦਾ ਹੈ। ਆਲੇ ਦੁਆਲੇ ਵਿੱਚ ਕਈ ਲੂੰਬੜ ਤੁਹਾਨੂੰ ਦਰਵੇਸ਼ ਬਣੇ ਪ੍ਰਤੀਤ ਹੋਣਗੇ। ਆਧੁਨਿਕ ਯੁੱਗ ਧੋਖੇ ਦਾ ਯੁੱਗ ਹੈ। ਧੋਖੇਬਾਜ਼ ਦਾ ਸਭ ਤੋਂ ਵੱਧ ਯਤਨ ਇਸ ਗੱਲ ਉੱਤੇ ਲੱਗਿਆ ਹੁੰਦਾ ਹੈ ਕਿ ਉਹ ਭੋਲਾ ਪ੍ਰਤੀਤ ਹੋਵੇ। ਕਲਫ ਲਾ ਕੇ ਉਹ ਆਪਣੇ ਆਪ ਨੂੰ ਧੋਖਾ ਦੇਵੇਗਾ। ਇਹ ਪ੍ਰੇਰਨਾ ਅਕਸਰ ਉਸ ਨੂੰ ਆਪਣੀ ਪਤਨੀ ਤੋਂ ਮਿਲਦੀ ਹੈ। ਐਵੇਂ ਦੋਵੇਂ ਚੋਰਾਂ ਵਾਂਗ ਆਪਣੀਆਂ ਪੈੜਾਂ ਪੂੰਝਦੇ ਹਨ। ਅਜਿਹੇ ਵਿਅਕਤੀਆਂ ਦੀ ਸ਼ਖਸੀਅਤ ਸੁੱਕੇ ਦਰਿਆ ਦੇ ਖਸਤਾ ਹਾਲ ਪਰ ਫੁੰਮਣਾ ਨਾਲ ਸਜੇ ਪੁੱਲ ਵਰਗੀ ਹੁੰਦੀ ਹੈ। ਲਗਭਗ ਹਰ ਵਿਅਕਤੀ ਜੋ ਕੁਝ ਉਹ ਹੁੰਦਾ ਹੈ, ਉਸ ਤੋਂ ਵੱਖਰਾ ਤੇ ਵੱਡਾ ਪ੍ਰਤੀਤ ਹੋਣ ਦੇ ਯਤਨ ਵਿੱਚ ਆਪਣੇ ਆਲੇ ਦੁਆਲੇ ਧੋਖੇ ਦਾ ਇੱਕ ਵਾਤਾਵਰਨ ਉਸਾਰ ਲੈਂਦਾ ਹੈ। ਇੰਜ ਲੱਗਦਾ ਜਿਵੇਂ ਛੋਟੇ ਦੀਵੇ ਵੱਡੀਆਂ ਲਾਈਟਾਂ ਲਈ ਤਾਂਘ ਰਹੇ ਹੋਣ। ਅਜਿਹੇ ਵਿਅਕਤੀਆਂ ਦੇ ਦਿਲਾਂ ਦੀਆਂ ਜੇਬਾਂ ਵਿੱਚ ਕੁਝ ਨਹੀਂ ਹੁੰਦਾ। ਅਜਿਹੇ ਵਿਅਕਤੀਆਂ ਨੂੰ ਮਿਲ ਕੇ ਫਟੇ ਹੋਏ ਦੁੱਧ ਦੀ ਚਾਹ ਪੀਣ ਵਾਲਾ ਅਨੁਭਵ ਹੁੰਦਾ ਹੈ। ਇਹਨਾਂ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਜਿਵੇਂ ਕੋਈ ਸ਼ਰਾਬੀ ਆਪਣੀ ਹਿਲਾਹੀ ਜੁੱਤੀ ਨੂੰ ਲੱਭ ਰਿਹਾ ਹੋਵੇ। ਅਜੋਕੇ ਯੁੱਗ ਦੀ ਸੋਚ ਅਤੇ ਵਿਹਾਰ ਵਿੱਚ ਧੋਖੇ ਦਾ ਰੰਗ ਗੂੜਾ ਹੈ। ਜਿਵੇਂ ਪਿੱਤਲ ਦੀ ਮੁੰਦਰੀ ਨਾ ਕਿਸੇ ਪਿਆਰ ਦੀ ਨਿਸ਼ਾਨੀ ਬਣਦੀ ਹੈ, ਨਾ ਹੀ ਔਖੇ ਵੇਲੇ ਰਕਮ ਬਣਦੀ ਹੈ, ਉਵੇਂ ਹੀ ਧੋਖੇ ਨਾਲ ਕਿਸੇ ਨਾਲ ਨਾ ਕੋਈ ਡੂੰਘਾ ਰਿਸ਼ਤਾ ਉਸਾਰਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਰਿਸ਼ਤੇ ਦਾ ਨਿੱਘ ਮਾਣਿਆ ਜਾ ਸਕਦਾ ਹੈ। ਧੋਖਾ ਆਮ ਤੌਰ 'ਤੇ ਉਹ ਵਿਅਕਤੀ ਕਰਦੇ ਹਨ ਜਿਨ੍ਹਾਂ ਦੀ ਦ੍ਰਿਸ਼ਟੀ ਵਿਸ਼ਾਲ ਨਹੀਂ ਹੁੰਦੀ, ਜਿਨ੍ਹਾਂ ਦਾ ਅਨੁਭਵ ਡੂੰਘਾ ਨਹੀਂ ਹੁੰਦਾ, ਜਿਨ੍ਹਾਂ ਦੀ ਸੋਚ ਵਿੱਚ ਰੌਣਕ ਨਹੀਂ ਹੁੰਦੀ, ਜਿਨ੍ਹਾਂ ਦੇ ਦਿਲ ਪਵਿੱਤਰ ਬੀੜ ਵਾਂਗ ਨਹੀਂ ਖੁੱਲ੍ਹਦੇ। ਪਿੰਡਾਂ ਵਿੱਚ ਲੋਕ ਆਮੋ ਸਾਹਮਣੇ ਵੱਸਦੇ ਹਨ। ਉਹ ਇੱਕ ਦੂਜੇ ਨੂੰ ਕਈ ਪੁਸ਼ਤਾਂ ਤੋਂ ਜਾਣਦੇ ਹੁੰਦੇ ਹਨ। ਸੋ ਉਹਨਾਂ ਵਿੱਚ ਸ਼ਹਿਰੀਆਂ ਵਾਲੀ ਧੋਖੇ ਦੀ ਬਿਰਤੀ ਨਹੀਂ ਹੁੰਦੀ। ਸ਼ਹਿਰੀ ਲੋਕ ਬਹੁਤੇ ਨੌਕਰੀ ਪੇਸ਼ਾ ਅਤੇ ਦੁਕਾਨਦਾਰ ਹੁੰਦੇ ਹਨ। ਸੋ ਦਿਖਾਵੇ ਦੀ ਬਿਰਤੀ ਕਾਰਨ ਕਮੀਨਾਪਨ ਇਹਨਾਂ ਦੇ ਵਿਹਾਰ ਦਾ ਇੱਕ ਬੁਨਿਆਦੀ ਅੰਗ ਬਣ ਜਾਂਦਾ ਹੈ। ਇਹਨਾਂ ਸ਼ਹਿਰੀਆਂ ਦੀਆਂ ਸਮੱਸਿਆਵਾਂ ਛੋਟੀਆਂ, ਲੜਾਈਆਂ ਮੱਧਰੀਆਂ ਅਤੇ ਸਮਝੌਤੇ ਲੰਗੜੇ ਹੁੰਦੇ ਹਨ। ਪਿੰਡਾਂ ਦੇ ਲੋਕਾਂ ਵਿੱਚ ਅਜੇ ਵੀ ਖੁਲਾਸਾਪਨ ਹੈ, ਪਰ ਪਟਵਾਰੀਆਂ, ਥਾਣਿਆਂ, ਅਦਾਲਤਾਂ, ਵਕੀਲਾਂ, ਮੁਨਸ਼ੀਆਂ ਆਦਿ ਨੇ ਇਹਨਾਂ ਲੋਕਾਂ ਦੀ ਨਿਰਮਲ ਤੱਕਣੀ ਨੂੰ ਵੀ ਮੈਲਾ ਕਰ ਦਿੱਤਾ ਹੈ। ਸੋ ਹੁਣ ਇਹਨਾਂ ਨੂੰ ਵੀ ਖੁੱਲ੍ਹੇ ਬੂਹਿਆਂ ਤੋਂ ਡਰ ਲੱਗਣ ਲੱਗ ਪਿਆ। ਹੁਣ ਇਹਨਾਂ ਨੂੰ ਵੀ ਆੜਤੀ ਦੀ ਕਸਮ, ਪਟਵਾਰੀ ਦੇ ਇਮਾਨ ਤੇ ਥਾਣੇਦਾਰ ਦੀ ਵਫਾਦਾਰੀ 'ਤੇ ਵਿਸ਼ਵਾਸ ਨਹੀਂ ਰਿਹਾ ਅਤੇ ਇਹਨਾਂ ਨੂੰ ਵੀ ਹੁਣ ਸ਼ੱਕ ਅਤੇ ਸਾੜੇ ਦੀ ਭੀੜੀ ਗਲੀ ਵਿੱਚੋਂ ਲੰਘਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਵੇਂ ਪੇਂਡੂ ਜੀਵਨ ਵਿੱਚ ਵੀ ਧੋਖੇ ਦੀ ਬਿਰਤੀ ਬਲਵਾਨ ਹੋ ਰਹੀ ਹੈ। ਧੋਖਾ ਮਨੁੱਖੀ ਵਿਹਾਰ ਦਾ ਇੱਕ ਸਦੀਵੀ ਲੱਛਣ ਹੈ। ਸ਼ਿਕਾਰ ਯੁੱਗ ਵਿੱਚ ਸ਼ਿਕਾਰ ਕਰਨ ਦੀ ਮਜਬੂਰੀ ਨੇ ਮਨੁੱਖ ਨੂੰ ਧੋਖੇ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਜਾਚ ਸਿਖਾਈ ਸੀ। ਧਿਆਨ ਨਾਲ ਵੇਖਿਆ ਜਾਵੇ ਤਾਂ ਜੀਵ ਜੰਤੂ ਜਗਤ ਵਿੱਚ ਜਿਉਂਦੇ ਰਹਿਣ ਲਈ ਧੋਖਾ ਇੱਕ ਕਾਰਗਰ ਵਿਧੀ ਹੈ। ਇਮਾਨਦਾਰ ਹੋ ਕੇ ਸ਼ਿਕਾਰ ਨਹੀਂ ਕੀਤਾ ਜਾ ਸਕਦਾ, ਸੋ ਹਰ ਇੱਕ ਜਾਨਵਰ ਜਾਂ ਪੰਛੀ ਨੇ
ਕਿਸੇ ਹੋਰ ਨੂੰ ਮਾਰ ਕੇ ਆਪਣਾ ਪੇਟ ਭਰਨ ਲਈ ਜਿਹੜਾ ਢੰਗ ਤਰੀਕਾ ਅਪਣਾਇਆ ਹੈ, ਉਸ ਵਿੱਚ ਧੋਖੇ ਤੇ ਚਲਾਕੀ ਦਾ ਅੰਸ਼ ਸਦਾ ਹੀ ਪ੍ਰਮੁੱਖ ਰਿਹਾ ਹੈ। ਇਸ ਧੋਖੇ ਅਤੇ ਚਲਾਕੀ ਨੂੰ ਯੋਗਤਾ ਕਿਹਾ ਗਿਆ ਹੈ। ਕੁਦਰਤ ਨੇ ਹਰ ਇੱਕ ਨਸਲ ਜਾਂ ਜੀਵ ਨੂੰ ਕਿਸੇ ਵਿਸ਼ੇਸ਼ ਯੋਗਤਾ ਦਾ ਵਰਦਾਨ ਦਿੱਤਾ ਹੈ। ਕਿਸੇ ਪੰਛੀ ਦੀ ਨਜ਼ਰ ਤਿੱਖੀ ਹੈ ਤਾਂ ਕਿ ਉਹ ਦੂਰੋਂ ਹੀ ਆਪਣੇ ਸ਼ਿਕਾਰ ਉੱਤੇ ਝਪਟ ਸਕੇ। ਕਿਸੇ ਜਾਨਵਰ ਦੀਆਂ ਲੱਤਾਂ ਸ਼ਕਤੀਸ਼ਾਲੀ ਹਨ, ਕਿਸੇ ਦੇ ਪੰਜੇ ਬਲਵਾਨ ਹਨ, ਕਿਸੇ ਦੀ ਜੀਭ ਝਾੜੂ ਵਾਂਗ ਆਲੇ ਦੁਆਲੇ ਨੂੰ ਹੂੰਝ ਕੇ ਅੰਦਰ ਸੁੱਟ ਲੈਂਦੀ ਹੈ ਅਤੇ ਕਿਸੇ ਦੇ ਦੰਦ ਜਮੂਰਾਂ ਵਰਗੇ ਹਨ, ਜਦੋਂ ਕਿ ਕਿਸੇ ਦੇ ਨਹੁੰ ਨਸ਼ਤਰਾਂ ਦਾ ਕੰਮ ਕਰਦੇ ਹਨ। ਕਈ ਜਾਨਵਰ ਦਿਸਣ ਵਿੱਚ ਬਿਮਾਰ ਜੇ ਅਤੇ ਲਾਚਾਰ ਜੇ ਪ੍ਰਤੀਤ ਹੁੰਦੇ ਹਨ, ਪਰ ਸ਼ਿਕਾਰ ਸਾਹਮਣੇ ਆਉਣ 'ਤੇ ਉਹ ਬਦਕਾਰ ਜੇ, ਸਰਕਾਰ ਜੇ, ਧੋਖੇ ਭਰੇ ਵਿਹਾਰਾਂ ਦਾ ਪ੍ਰਮਾਣ ਦਿੰਦੇ ਹਨ। ਕਈ ਪੰਛੀ ਵੇਖਣ ਨੂੰ ਸੰਤ ਮਹਾਤਮਾ ਲੱਗਦੇ ਨੇ, ਪਰ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਤਾਂ ਕੋਈ ਲੂੰਬੜ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਖੇਤੀਬਾੜੀ ਦੇ ਯੁੱਗ ਵਿੱਚ ਮਾਸ ਦੀ ਥਾਂ ਜਦੋਂ ਅਨਾਜ ਮਨੁੱਖ ਦਾ ਮੁੱਖ ਆਹਾਰ ਬਣਿਆ, ਤਾਂ ਵੀ ਸ਼ਿਕਾਰ ਕਰਨ ਦੀ ਬਿਰਤੀ ਜਿਉਂ ਦੀ ਤਿਉਂ ਬਣੀ ਰਹੀ। ਹੁਣ ਸ਼ਿਕਾਰ ਕੇਵਲ ਜਾਨਵਰਾਂ ਦਾ ਨਹੀਂ, ਬੰਦਿਆਂ ਦਾ ਵੀ ਕਰਨ ਲੱਗ ਪਿਆ। ਕਤਲ ਖੇਤੀਬਾੜੀ ਯੁੱਗ ਦਾ ਮੁੱਖ ਵਰਤਾਰਾ ਹੈ। ਇਹ ਬਿਰਤੀ ਵਿਸ਼ਾਲ ਪੱਧਰ 'ਤੇ ਜੰਗ ਦਾ ਰੂਪ ਧਾਰਦੀ ਰਹੀ ਹੈ। ਧੋਖਾ ਜੰਗ ਦਾ ਪ੍ਰਮੁੱਖ ਹਥਿਆਰ ਰਿਹਾ ਹੈ। ਹਰ ਇੱਕ ਹਾਕਮ ਆਪਣੇ ਸੱਚੇ ਤੇ ਪਰ ਉਪਕਾਰੀ ਹੋਣ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ। ਉਹ ਗੱਲਾਂ ਮੰਨਦੀਆਂ ਕਰਦਾ ਹੈ, ਪਰ ਵਿਹਾਰ ਜੰਗ ਵਾਲਾ ਕਰਦਾ ਹੈ। ਅਜਿਹੇ ਵਿਹਾਰ ਨੂੰ ਰਾਜਨੀਤੀ ਕਹਿੰਦੇ ਹਨ। ਧੋਖੇ ਤੋਂ ਬਿਨਾਂ ਰਾਜਨੀਤੀ ਇੰਝ ਹੀ ਹੈ ਜਿਵੇਂ ਪਾਣੀ ਤੋਂ ਬਿਨਾਂ ਦਰਿਆ। ਯੁੱਧ ਰਾਜਨੀਤੀ ਦਾ ਹੀ ਹਥਿਆਰਬੰਦ ਪ੍ਰਗਟਾਵਾ ਹੁੰਦਾ ਹੈ। ਰੌਲਾ ਦੱਖਣ ਵਿੱਚ ਪਾਇਆ ਜਾਂਦਾ ਹੈ, ਹਮਲਾ ਉੱਤਰ ਵਿੱਚ ਕੀਤਾ ਜਾਂਦਾ ਹੈ। ਜ਼ਮੀਨ 'ਤੇ ਗੱਤੇ ਦੇ ਜਹਾਜ਼ ਟਿਕਾ ਕੇ ਦੁਸ਼ਮਣ ਦੇ ਜਹਾਜ਼ਾਂ ਨੂੰ ਬੰਬ ਸੁੱਟਣ ਲਈ ਪ੍ਰੇਰਿਆ ਜਾਂਦਾ ਹੈ। ਕਈ ਵਾਰੀ ਧੋਖਾ ਦੇਣ ਲਈ ਸੱਚ ਵੀ ਬੋਲਿਆ ਜਾਂਦਾ ਹੈ ਤਾਂ ਕਿ ਦੁਸ਼ਮਣ ਉਸ ਉੱਤੇ ਵਿਸ਼ਵਾਸ ਨਾ ਕਰੇ। ਸੂਹ ਲੈਣ ਲਈ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ। ਦੁਸ਼ਮਣ ਨੂੰ ਗਲਤ ਸੂਚਨਾ ਇਵੇਂ ਪਹੁੰਚਾਈ ਜਾਂਦੀ ਹੈ ਕਿ ਦੁਸ਼ਮਣ ਨੂੰ ਜਿਵੇਂ ਅਚਾਨਕ ਦੂਜੀ ਧਿਰ ਦੀ ਵਿਉਂਤ ਪਤਾ ਲੱਗਣ ਦਾ ਪ੍ਰਭਾਵ ਪਵੇ। ਮੁਰਦੇ ਫੌਜੀ ਨਾਲ ਝੂਠੇ ਕਾਗਜ਼ ਵਾਲਾ ਸੂਟਕੇਸ ਇਸ ਢੰਗ ਨਾਲ ਰੱਖਿਆ ਜਾਂਦਾ ਹੈ ਕਿ ਦੁਸ਼ਮਣ ਉਹਨਾਂ ਕਾਗਜ਼ਾਂ ਨੂੰ ਸੱਚ ਮੰਨ ਲਵੇ। ਧੋਖੇ ਦੀ ਇਹੀ ਬਿਰਤੀ ਰੂਪ ਅਤੇ ਰੰਗ ਬਦਲ ਕੇ ਅਜੋਕੇ ਵਪਾਰ ਵਿੱਚ ਵਿਆਪਕ ਪੱਧਰ 'ਤੇ ਪ੍ਰਗਟ ਹੋ ਰਹੀ ਹੈ। ਅਜੋਕੇ ਯੁੱਗ ਵਿੱਚ ਉਤਪਾਦਨ ਅਤੇ ਵੰਡ ਵੰਡਾਰੇ ਦਾ ਢੰਗ ਪੂੰਜੀਵਾਦੀ ਹੈ। ਪੂੰਜੀਵਾਦ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ। ਸੋ ਦੇਸ਼ਾਂ ਦੇ ਹੱਦਾਂ ਬੰਨੇ ਖੁਰ ਗਏ ਹਨ ਅਤੇ ਸਾਰਾ ਸੰਸਾਰ ਇੱਕ ਵੱਡੀ ਮੰਡੀ ਬਣ ਗਿਆ ਹੈ। ਤੁਹਾਡੀ ਜੇਬ ਵਿੱਚ ਪੈਸਾ ਹੋਣਾ ਚਾਹੀਦਾ ਹੈ। ਕੱਢਣ ਦਾ ਤਰੀਕਾ ਪੂੰਜੀਵਾਦ ਜਾਂ ਵਪਾਰੀ ਵਰਗ ਆਪੇ ਸਿਰਜ ਲਵੇਗਾ। ਇੱਕ ਪੱਖੋਂ ਇਹ ਯੁੱਗ ਗੁਲਾਮਾਂ ਅਤੇ ਦਾਸਾਂ ਦੇ ਯੁੱਗ ਨਾਲੋਂ ਵੀ ਵਧੇਰੇ ਨਿਰਦਈ ਹੈ। ਗੁਲਾਮਾਂ ਦੇ ਯੁੱਗ ਵਿੱਚ ਮਾਲਕ ਗੁਲਾਮ ਅਤੇ ਉਸਦੇ ਟੱਬਰ ਦੇ ਭੋਜਨ ਅਤੇ ਵਸੇਬੇ ਦੀ ਵੀ ਜ਼ਿੰਮੇਵਾਰੀ ਲੈਂਦਾ ਸੀ, ਪਰ ਪੂੰਜੀਵਾਦ ਨੇ ਇਹ ਜ਼ਿੰਮੇਵਾਰੀਆਂ ਤਿਆਗ ਦਿੱਤੀਆਂ ਹਨ ਅਤੇ ਕਾਰਖਾਨਿਆਂ ਦੇ ਰੂਪ ਵਿੱਚ ਵੱਡੇ ਵੱਡੇ ਵੇਲਣੇ ਲਾ ਦਿੱਤੇ ਹਨ, ਜਿੱਥੇ ਕਾਮਿਆਂ ਮਜ਼ਦੂਰਾਂ ਨੂੰ ਨਿਚੋੜਿਆ ਅਤੇ ਨਿਪੀੜਿਆ ਜਾਂਦਾ ਹੈ ਅਤੇ ਨਿਚੋੜ ਕੇ ਰੋਲਣ ਲਈ ਸੁੱਟ ਦਿੱਤਾ ਜਾਂਦਾ ਹੈ। ਪੂੰਜੀਵਾਦ ਆਪਣੇ ਆਪ ਵਿੱਚ ਇੱਕ ਧੋਖਾ ਹੈ ਅਤੇ ਪੂੰਜੀਵਾਦ ਦੇ ਭਾਈਵਾਲ ਲੂੰਬੜ ਬਣ ਗਏ ਹਨ, ਜਿਨ੍ਹਾਂ ਨੇ ਭੇਡਾਂ ਦੀ ਰਾਖੀ ਸਾਂਭ ਲਈ ਹੈ। ਧੋਖੇ ਭਰੀ ਸ਼ਿਕਾਰ ਦੀ ਜਿਹੜੀ ਬਿਰਤੀ ਘੇਰ ਕੇ ਘਾਤ ਲਾ ਕੇ ਕਤਲ ਕਰਨ ਵਿੱਚ ਅਤੇ ਜੰਗ ਦੇ ਰੂਪ ਵਿੱਚ ਨਰਸੰਹਾਰ ਕਰਨ ਵਿੱਚ ਪ੍ਰਗਟ ਹੋਈ ਸੀ, ਉਹੀ ਬਿਰਤੀ ਹੁਣ ਵਪਾਰ ਵਿੱਚ ਪ੍ਰਗਟ ਹੋ ਰਹੀ ਹੈ। ਧੋਖੇ ਦਾ ਨਾਂ ਬਦਲ ਲਿਆ ਗਿਆ ਹੈ, ਪਰ ਬਿਰਤੀ ਬਰਕਰਾਰ ਹੈ। ਰਾਜਨੀਤੀ ਵਿੱਚ ਧੋਖੇ ਨੂੰ ਲੋਕ ਸੇਵਾ ਕਿਹਾ ਜਾਂਦਾ ਹੈ। ਹੁਣ ਧੋਖਾ ਫਰਜ਼ ਸਮਝ ਕੇ ਕੀਤਾ ਜਾਂਦਾ ਹੈ ਅਤੇ ਇਸ ਫਰਜ਼ ਨੂੰ ਪਵਿੱਤਰ ਬਣਾਉਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਕੋਈ ਵੀ ਧਰਮ ਧੋਖਾ ਦੇਣ ਦੀ ਪ੍ਰੇਰਨਾ ਨਹੀਂ ਦਿੰਦਾ, ਪਰ ਧਰਮ ਦੇ ਨਾਂ 'ਤੇ ਮਨੁੱਖ ਵੱਲੋਂ ਜਿਤਨਾ ਧੋਖਾ ਮਨੁੱਖ ਨਾਲ ਹੋਇਆ ਹੈ, ਉਸ ਦੀ ਮਿਸਾਲ ਮਨੁੱਖ ਨੂੰ ਨਿਰੰਤਰ ਸ਼ਰਮਿੰਦਾ ਕਰਦੀ ਹੈ। ਪਰ ਮਨੁੱਖ ਹੀ ਹੈ ਜਿਹੜਾ ਸਭ ਤੋਂ ਵੱਧ ਗਿਆਨਵਾਨ ਹੋਣ ਦੇ ਬਾਵਜੂਦ ਮੂਰਖਤਾ ਦੇ ਨਿਤ ਨਵੇਂ ਪ੍ਰਮਾਣ ਦੇ ਰਿਹਾ ਹੈ। ਜਦੋਂ ਕੋਈ ਸੰਤ ਬਿਮਾਰ ਪੈਂਦਾ ਹੈ ਤਾਂ ਉਸ ਨੂੰ ਬੜੀ ਪਰੇਸ਼ਾਨੀ ਭਰੀ ਮੁਸ਼ਕਲ ਹੁੰਦੀ ਹੈ, ਕਿਉਂਕਿ ਉਸ ਦੀ ਰੂਹਾਨੀ ਕਮਾਈ ਉਸ ਦੇ ਸ਼ਰਧਾਲੂਆਂ ਨੂੰ ਧੋਖਾ ਪ੍ਰਤੀਤ ਹੁੰਦੀ ਹੈ ਅਤੇ ਉਸ ਦੀ ਮਾਨਤਾ ਘਟਦੀ ਹੈ। ਅਜੋਕੇ ਯੁੱਗ ਵਿੱਚ ਪਿਆਰ ਜਿਹਾ ਅਨੁਭਵੀ ਧੋਖੇ ਦੀ ਮਾਰ ਤੋਂ ਮੁਕਤ ਨਹੀਂ ਰਿਹਾ। ਅੱਜ ਦੇ ਪ੍ਰੇਮੀ ਹਰ ਮੌਕੇ ਲਈ ਆਪਣੇ ਚਿਹਰੇ ਦਾ ਚੌਕਟਾ ਅਤੇ ਮੁਸਕਰਾਹਟ ਦਾ ਰੰਗ ਬਦਲ ਲੈਂਦੇ ਹਨ। ਅਜੋਕੇ ਪ੍ਰੇਮੀ ਨੂੰ ਪ੍ਰੇਮਿਕਾ ਦਾ ਸਾਥ ਪ੍ਰਾਪਤ ਕਰਨ ਲਈ ਹੁਣ ਵਧੇਰੇ ਝੂਠੇ ਵਾਅਦੇ ਕਰਨੇ ਪੈਂਦੇ ਹਨ। ਪ੍ਰੇਮੀ ਨੂੰ ਪ੍ਰੇਮਿਕਾ ਲਾਵਾਂ ਫੇਰਿਆਂ ਵੱਲ ਖਿੱਚਦੀ ਹੈ, ਜਦੋਂ ਕਿ ਪ੍ਰੇਮਿਕਾ ਨੂੰ ਪ੍ਰੇਮੀ ਬਿਸਤਰੇ ਵੱਲ ਧਕੇਲਦਾ ਹੈ। ਕੁੰਡੀ ਲਾ ਕੇ ਮੱਛੀ ਫੜਨ ਵਾਲੀ
ਜਾਂ ਮੱਕੜੀ ਵਾਲੀ ਇਹ ਬਿਰਤੀ ਸਮੁੱਚੇ ਇਸਤਰੀ ਪੁਰਸ਼ ਸੰਬੰਧਾਂ ਵਿੱਚ ਪਸਰਦੀ ਜਾ ਰਹੀ ਹੈ। ਹੁਣ ਪਿਆਰ ਵਿੱਚ ਵੀ ਸ਼ਿਕਾਰ, ਵਪਾਰ ਤੇ ਸਰਕਾਰ ਵਾਲੇ ਧੋਖੇ ਭਰੇ ਢੰਗ ਤਰੀਕੇ ਵਰਤੇ ਜਾਂਦੇ ਹਨ। ਹੱਥ ਜੋੜਨੇ, ਮੱਥਾ ਟੇਕਣਾ, ਪੈਰੀ ਹੱਥ ਲਾਉਣਾ ਆਦਿ ਪ੍ਰਗਟਾਵਿਆਂ ਦਾ ਪਿਛੋਕੜ ਇਹ ਹੈ ਕਿ ਦੂਜੀ ਧਿਰ ਨੂੰ ਵਿਸ਼ਵਾਸ ਦਿਵਾਇਆ ਜਾਵੇ ਕਿ ਧੋਖੇ ਦੀ ਕੋਈ ਸੰਭਾਵਨਾ ਨਹੀਂ। ਅਜੋਕੇ ਯੁੱਗ ਨੇ ਹਰ ਖੇਤਰ ਵਿੱਚ ਵੰਨ-ਸੁਵੰਨਤਾ ਲਿਆਂਦੀ ਹੈ ਅਤੇ ਇਹ ਵੰਨ-ਸੁਵੰਨਤਾ ਧੋਖੇ ਦੇ ਖੇਤਰ ਵਿੱਚ ਵੀ ਪ੍ਰਗਟ ਹੋ ਰਹੀ ਹੈ। ਕਿਸੇ ਨੇ ਕਿਹਾ ਕਿ ਜੇ ਸ਼ਰੀਕ ਵਸ ਵਿੱਚ ਨਾ ਆਉਣ ਤਾਂ ਉਹਨਾਂ ਦਾ ਹਮਦਰਦ ਬਣ ਕੇ ਕਿਧਰੋਂ ਮਧਰੀ ਕੁੜੀ ਦਾ ਸਾਕ ਲਿਆ ਦਿਓ। ਮਧਰੇ ਬੱਚੇ ਜੰਮਣਗੇ, ਜਿਨ੍ਹਾਂ ਨੂੰ ਜਿੱਥੇ ਚਾਹੋ ਜਦੋਂ ਮਰਜ਼ੀ ਕੁੱਟ ਲਵੋ। ਐਵੇਂ ਹੀ ਜੇ ਕਿਸੇ ਨੂੰ ਸਾਰੀ ਉਮਰ ਦਾ ਜੰਜਾਲ ਪਾਉਣਾ ਚਾਹੁੰਦੇ ਹੋ ਤਾਂ ਉਸ ਦੀ ਧੀ ਨੂੰ ਦਰਵਾਜ਼ੇ ਨਾਲੋਂ ਵੀ ਬਹੁਤ ਵੱਡੀ ਪੇਟੀ ਦਾਜ ਵਿੱਚ ਤੋਹਫੇ ਵਜੋਂ ਦਿਓ। ਸਾਂਭਦੀ ਉਹ ਚੱਲ ਵਸੇਗੀ। ਕਿਸੇ ਤੋਂ ਬਦਲਾ ਲੈਣਾ ਹੋਵੇ ਤਾਂ ਉਸ ਦੀ ਔਲਾਦ ਨੂੰ ਆਪਣੇ ਪੱਲਿਓਂ ਖਵਾਓ ਪਿਆਓ। ਜਦੋਂ ਬਾਹਰ ਖਾਣ ਪੀਣ ਦੀ ਆਦਤ ਪੱਕ ਜਾਵੇ ਤਾਂ ਛੱਡ ਦਿਓ, ਉਹ ਸਾਰੇ ਮਹਿਲ ਮੁਹੱਲੇ ਉਜਾੜ ਦੇਵੇਗੀ। ਅਜੋਕੇ ਯੁੱਗ ਵਿੱਚ ਸਫਲ ਧੋਖੇ ਨੂੰ ਨਿਪੁੰਨਤਾ ਅਤੇ ਕਾਰਗਰ ਜੁਗਤ ਅਤੇ ਜੁਗਾੜ ਦੇ ਸਤਿਕਾਰ ਭਰੇ ਰੂਪ ਵਿੱਚ ਪੇਸ਼ ਕੀਤਾ ਤੇ ਸਵੀਕਾਰਿਆ ਜਾਂਦਾ ਹੈ। ਧੋਖੇ ਦੀ ਵਿਆਪਕ ਬਿਰਤੀ ਦਾ ਇੱਕ ਕਾਰਨ ਇਹ ਹੈ ਕਿ ਅਜੋਕੇ ਜੀਵਨ ਵਿੱਚ ਸ਼ੱਕ, ਸਾੜਾ ਤੇ ਨਫ਼ਰਤ ਵੱਧ ਗਏ ਹਨ। ਆਮ ਕਰਕੇ ਧੋਖਾ ਉਸੇ ਨੂੰ ਦਿੱਤਾ ਜਾਂਦਾ ਹੈ ਜਿਸ ਪ੍ਰਤੀ ਨਫ਼ਰਤ ਹੋਵੇ। ਧੋਖਾ ਇਸ ਡਰ ਨਾਲ ਵੀ ਦਿੱਤਾ ਜਾਂਦਾ ਹੈ ਕਿ ਕਿਧਰੇ ਦੂਜਾ ਹੀ ਪਹਿਲ ਕਰਕੇ ਸਾਨੂੰ ਹੀ ਧੋਖਾ ਨਾ ਦੇ ਜਾਵੇ। ਨਿੱਤ ਬਦਲਦੀਆਂ ਵਫ਼ਾਦਾਰੀਆਂ ਦੇ ਯੁੱਗ ਵਿੱਚ ਕੁਝ ਵੀ ਸਥਾਈ ਨਹੀਂ ਰਿਹਾ। ਹਰ ਕੋਈ ਆਪਣੇ ਆਪ ਨੂੰ ਇਕੱਲਾ ਅਤੇ ਤਿਲਕ ਰਿਹਾ ਮਹਿਸੂਸ ਕਰਦਾ ਹੈ। ਧੋਖੇ ਦੀ ਵਿਆਪਕ ਬਿਰਤੀ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਨ ਪਰਚਾਵੇ ਲਈ ਖੇਡੀਆਂ ਜਾਣ ਵਾਲੀਆਂ ਖੇਡਾਂ ਵੀ ਇਸ ਦੇ ਪ੍ਰਭਾਵ ਤੇ ਪਰਛਾਵੇਂ ਤੋਂ ਮੁਕਤ ਨਹੀਂ ਹਨ। ਉਸ ਨਾਲ ਧੋਖਾ ਨਹੀਂ ਹੋ ਰਿਹਾ ਹੁੰਦਾ ਜਿਸ ਨੂੰ ਪਤਾ ਹੈ ਕਿ ਉਸ ਨਾਲ ਧੋਖਾ ਹੋ ਰਿਹਾ ਹੈ। ਧੋਖਾ ਹੋਣ ਦੀ ਸੂਰਤ ਵਿੱਚ ਘੱਟ ਅਕਲ ਵਾਲਾ ਵਿਅਕਤੀ ਰੌਲਾ ਰੱਪਾ ਪਾਉਂਦਾ ਹੈ, ਮੂਰਖ ਬਦਲਾ ਲੈਣ ਦੀ ਧਮਕੀ ਦਿੰਦਾ ਹੈ, ਸਿਆਣਾ ਚੁੱਪ ਕਰਕੇ ਸਹਿ ਜਾਂਦਾ ਹੈ। ਜੇ ਤੁਹਾਨੂੰ ਕੋਈ ਸਤਿਕਾਰਯੋਗ ਵਿਅਕਤੀ ਧੋਖਾ ਦੇ ਰਿਹਾ ਹੋਵੇ ਤਾਂ ਖਿੜੇ ਮੱਥੇ ਧੋਖਾ ਖਾਓ ਅਤੇ ਆਪਣੇ ਆਪ 'ਤੇ ਮਾਣ ਕਰੋ। ਤੁਸੀਂ ਕਿਹੜੇ ਧੋਖੇ ਦਾ ਰੋਸ ਅਤੇ ਵਿਰੋਧ ਕਰੋਗੇ। ਇਹ ਨਾ ਸਮਝਣਾ ਕਿ ਤੁਸੀਂ ਇਮਾਨਦਾਰ ਹੋ ਅਤੇ ਧੋਖਾ ਦੇਣ ਦਾ ਦੋਸ਼ ਦੂਜਿਆਂ ਉੱਤੇ ਹੀ ਲੱਗ ਰਿਹਾ ਹੈ। ਅਸੀਂ ਸਾਰੇ ਧੋਖੇਬਾਜ਼ ਹਾਂ। ਧੋਖੇ ਦੀ ਆਪਣੀ ਪੱਧਰ ਨੂੰ ਅਸੀਂ ਇਮਾਨਦਾਰੀ ਦੇ ਗੁਆਂਢ ਵਿੱਚ ਰੱਖਦੇ ਹਾਂ ਅਤੇ ਵੱਖਰੀ ਕਿਸਮ ਦੇ ਜਾਂ ਵਡੇਰੀ ਪੱਧਰ ਦੀ ਬੇਈਮਾਨੀ ਤੋਂ ਪ੍ਰੇਰਿਤ ਵਿਹਾਰ ਨੂੰ ਧੋਖਾ ਕਹਿ ਕੇ ਅਸੀਂ ਆਪਣੇ ਸੱਚੇ ਸੁੱਚੇ ਹੋਣ ਦਾ ਭਰਮ ਭਾਲਦੇ ਹਾਂ। ਇਹ ਭਰਮ ਵੀ ਧੋਖਾ ਹੈ। ਸਭ ਪ੍ਰਕਾਰ ਦੀ ਕਲਾ ਵੀ ਇੱਕ ਭਰਮ ਹੈ ਤੇ ਭਰਮ ਧੋਖੇ ਦਾ ਬੁਨਿਆਦੀ ਲੱਛਣ ਹੈ। ਸਾਹਿਤਕਾਰ ਹੋਰ ਨਾਂ ਵਰਤ ਕੇ ਆਪਣੇ ਮਨ ਦੀਆਂ ਅਤ੍ਰਿਪਤੀਆਂ ਨੂੰ ਪ੍ਰਗਟਾਉਂਦੇ ਹਨ ਅਤੇ ਐਵੇਂ ਵਾਸਤਵਿਕ ਜੀਵਨ ਵਿਚਲੀ ਆਪਣੀ ਅਸਫਲਤਾ ਜਾਂ ਅਯੋਗਤਾ ਨੂੰ ਆਪਣੀ ਕਲਪਨਾ ਦੇ ਸੰਸਾਰ ਵਿੱਚ ਸਫਲਤਾ ਤੇ ਯੋਗਤਾ ਵਜੋਂ ਪੇਸ਼ ਕਰਦੇ ਹਨ। ਜਿਹੜੇ ਅਜਿਹਾ ਭਰਮ ਸਫਲਤਾ ਸਾਹਿਤ ਉਪਜਾ ਲੈਂਦੇ ਹਨ ਉਹ ਕਲਾਕਾਰ ਅਤੇ ਸਾਹਿਤਕਾਰ ਅਖਵਾਉਂਦੇ ਹਨ। ਅਸੀਂ ਅਕਸਰ ਧੋਖੇ ਦੇ ਵਿਰੁੱਧ ਨਹੀਂ ਹੁੰਦੇ, ਮੂਰਖਤਾ ਭਰੇ ਢੰਗ ਨਾਲ ਕੀਤੇ ਅਸਫਲ ਤੇ ਮਹਿੰਗੇ ਧੋਖੇ ਦੇ ਵਿਰੁੱਧ ਹੁੰਦੇ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਨਾਲ ਭਾਵੇਂ ਧੋਖਾ ਹੋਵੇ ਪਰ ਧੋਖਾ ਖੂਬਸੂਰਤ ਹੋਣਾ ਚਾਹੀਦਾ ਹੈ, ਜਾਦੂਗਰ ਦੇ ਜਾਦੂ ਵਰਗਾ। ਅਸੀਂ ਕਤਲ ਹੋਣ ਤੋਂ ਵੀ ਨਹੀਂ ਡਰਦੇ ਪਰ ਚਾਹੁੰਦੇ ਹਾਂ ਕਿ ਕਾਤਲ ਬਹੁਤ ਸੁੰਦਰ ਹੋਵੇ। ਅਸੀਂ ਕੋਹੇ ਜਾਣ ਤੋਂ ਵੀ ਨਹੀਂ ਘਬਰਾਉਂਦੇ ਪਰ ਚਾਹੁੰਦੇ ਹਾਂ ਕਿ ਕੋਈ ਆਪਣੀ ਮੁਸਕਰਾਹਟ ਨਾਲ ਜਾਂ ਪਿਆਰ ਤੱਕਣੀ ਨਾਲ ਕੋਹੇ। ਅਸੀਂ ਲੁੱਟੇ ਜਾਣ ਤੋਂ ਵੀ ਨਹੀਂ ਝਿਜਕਦੇ ਪਰ ਸਾਡੀ ਸਾਰਿਆਂ ਦੀ ਇੱਛਾ ਇਹ ਹੁੰਦੀ ਹੈ ਕਿ ਕੋਈ ਆਪਣਾ ਪਿਆਰਾ ਬਣਾ ਕੇ ਲੁੱਟੇ। ਨਿਰਸੰਦੇਹ ਜੇ ਸਾਰੇ ਧੋਖੇਬਾਜ਼ਾਂ ਨੂੰ ਸੰਸਾਰ ਵਿੱਚੋਂ ਕੱਢ ਦਈਏ ਤਾਂ ਬਾਕੀ ਕੋਈ ਨਹੀਂ ਬਚੇਗਾ। ਜੇ ਸੰਸਾਰ ਦੇ ਸਾਰੇ ਲੋਕ ਸੰਤ ਹੋ ਜਾਣ ਤਾਂ ਜੀਵਨ ਨੀਰਸ ਹੋ ਜਾਵੇਗਾ ਤੇ ਜੇ ਸਾਰੇ ਚੋਰ ਬਣ ਜਾਣ ਤਾਂ ਚੋਰੀ ਕਰਨ ਯੋਗ ਕੁਝ ਨਹੀਂ ਬਚੇਗਾ। ਹਰ ਕੋਈ ਆਪਣੇ ਚੰਗੇ ਮਾੜੀ ਯਤਨਾਂ ਨਾਲ ਸੰਸਾਰ ਦੀ ਰੌਣਕ ਵਧਾਉਂਦਾ ਹੈ। ਸਾਡੇ ਦੁਸ਼ਮਣ ਵੀ ਸਾਡੇ ਜੀਵਨ ਨੂੰ ਦਿਲਚਸਪ ਬਣਾਉਂਦੇ ਹਨ। ਦੁਨੀਆ ਦਾ ਇਹ ਮੇਲਾ ਇਸੇ ਲਈ ਦਿਲਚਸਪ ਹੈ ਕਿਉਂਕਿ ਇੱਥੇ ਸਾਧ ਅਤੇ ਚੋਰ ਦੋਵੇਂ ਵਸਦੇ ਹਨ। ਅਸੀਂ ਸਾਰੇ ਇੱਕ ਵਿਸ਼ਾਲ ਨਾਟਕ ਦੇ ਪਾਤਰ ਹਾਂ। ਕਦੀ ਅਸੀਂ ਧੋਖਾ ਦੇਣ ਦਾ ਰੋਲ ਨਿਭਾਉਂਦੇ ਹਾਂ, ਕਦੀ ਧੋਖਾ ਖਾਣ ਦਾ, ਕਦੀ ਪੁੱਤਰ ਦਾ ਰੋਲ ਨਿਭਾਉਂਦੇ ਹਾਂ, ਕਦੀ ਪਿਓ ਦਾ, ਕਦੀ ਮਾਂ ਬਣਦੇ ਹਾਂ, ਕਦੀ ਪ੍ਰੇਮਿਕਾ। ਜਿਹੋ ਜਿਹੀ ਸਥਿਤੀ ਹੁੰਦੀ ਹੈ ਉਹੋ ਜਿਹੇ ਅਸੀਂ ਬਣ ਜਾਂਦੇ ਹਾਂ। ਨਿਰਸੰਦੇਹ ਮਨੁੱਖ ਆਰਥਿਕ ਪੱਖੋਂ ਖੁਸ਼ਹਾਲ ਹੋ ਰਿਹਾ ਹੈ ਪਰ ਉਸ ਦੀ ਮਾਨਸਿਕ ਖੁਸ਼ਹਾਲੀ ਨੂੰ ਪ੍ਰਗਟ ਹੋਣ ਲਈ ਅਜੇ ਬਹੁਤ ਅਰਸਾ ਲੱਗੇਗਾ। ਮਨ ਦੇ ਪੱਖੋਂ ਅਮੀਰ ਨਾ ਹੋਣ ਕਾਰਨ ਸਾਡੇ ਵਿਹਾਰ ਵਿੱਚ ਵਿਸ਼ਾਲਤਾ ਨਹੀਂ ਆਈ।
ਇਹੀ ਕਾਰਨ ਹੈ ਕਿ ਸਾਡੇ ਘਰਾਂ ਵਿੱਚ ਰੌਸ਼ਨੀਆਂ ਵੱਧ ਰਹੀਆਂ ਹਨ, ਪਰ ਸਾਡੇ ਦਿਲਾਂ ਵਿੱਚ ਹਨੇਰੇ ਹੋਰ ਸੰਘਣੇ ਹੋ ਗਏ ਹਨ। ਹੁਣ ਅਸੀਂ ਧੋਖਾ ਲੋੜ ਵਸ ਨਹੀਂ, ਆਦਤ ਵਸ ਦਿੰਦੇ ਹਾਂ। ਜਿਵੇਂ ਚੂਚੇ ਤਿਉਹਾਰਾਂ ਦੀ ਨਜ਼ਰ ਚੜ੍ਹਾ ਦਿੱਤੇ ਜਾਂਦੇ ਹਨ, ਉਵੇਂ ਹੀ ਅਸੀਂ ਡੋਰ ਵਿੱਚ ਛੱਡੀ ਮਕਾਲ ਢਿੱਲ ਵਾਂਗ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਜਿਨ੍ਹਾਂ ਨੇ ਆਪਣੀ ਰਾਖੀ ਸਾਨੂੰ ਸੰਭਾਲੀ ਹੋਈ ਹੈ। ਸੰਤਾਨ ਮਾਪਿਆਂ ਨੂੰ ਧੋਖਾ ਦੇ ਰਹੀ ਹੈ ਅਤੇ ਇਵੇਂ ਧੋਖੇ ਦੇ ਸੰਸਾਰ ਵਿਆਪੀ ਯੱਗ ਵਿੱਚ ਹਰ ਕਿਸੇ ਵੱਲੋਂ ਆਪਣੇ ਆਪਣੇ ਹਿੱਸੇ ਦੀ ਸਮੱਗਰੀ 'ਤੇ ਯੋਗਦਾਨ ਪਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਜਿਵੇਂ ਕਿਸੇ ਚੰਗੇ ਭਲੇ ਬੰਦੇ ਨੂੰ ਗੰਜਾ ਕਰਕੇ ਤੁਹਾਡੇ ਸਾਹਮਣੇ ਖੜਾ ਕਰ ਦਿੱਤਾ ਜਾਵੇ ਤਾਂ ਉਹ ਕੋਈ ਹੋਰ ਬੰਦਾ ਪ੍ਰਤੀਤ ਹੋਵੇਗਾ। ਲਗਭਗ ਇਹੋ ਜਿਹਾ ਹੀ ਸਾਡਾ ਸਭਨਾਂ ਦਾ ਹਾਲ ਹੈ। ਅਸੀਂ ਆਪਣੇ ਘਰਾਂ ਵਿੱਚ ਪਰਾਏ ਹਾਂ ਅਤੇ ਆਪਣੇ ਦੇਸ਼ ਵਿੱਚ ਵਿਦੇਸ਼ੀ। ਦੁਨੀਆ ਵਿੱਚ ਜੋ ਵੀ ਜਿੱਥੇ ਵੀ ਜੈਸਾ ਹੈ, ਜਾਂ ਉਹ ਸ਼ਿਕਾਰੀ ਬਣਿਆ ਹੋਇਆ ਹੈ ਜਾਂ ਉਹ ਝਾੜੀਆਂ ਵਿੱਚ ਰੁਲਦਾ ਛਿਪਦਾ ਖਰਗੋਸ਼ ਹੈ। ਹੁਣ ਥਾਣਿਆਂ ਦੇ ਬਾਹਰ ਲਿਖਿਆ ਜਾਂਦਾ ਹੈ ਜੀ ਆਇਆਂ ਨੂੰ, ਅਤੇ ਜੇਲ੍ਹਾਂ ਦੇ ਬਾਹਰ ਤੁਸੀਂ ਪੜ੍ਹੋਗੇ ਸਾਨੂੰ ਸੇਵਾ ਦਾ ਮੌਕਾ ਦਿਓ। ਸਾਡਾ ਜੀਵਨ ਕਿਸੇ ਦੀ ਭਾਲ ਵਿੱਚ ਭਟਕਣ ਵਾਂਗ ਗੁਜ਼ਰ ਰਿਹਾ ਹੈ। ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਆਰਥਿਕ ਅਤੇ ਵਿੱਦਿਅਕ ਪੱਖੋਂ ਉਹਨਾਂ ਤੋਂ ਅੱਗੇ ਲੰਘ ਜਾਣ, ਪਰ ਜਦੋਂ ਉਹਨਾਂ ਦੀਆਂ ਕੁਰਬਾਨੀਆਂ ਨਾਲ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਨਵੇਂ ਤਾਣੇ ਪੇਟੇ ਵਿੱਚ ਮਾਪਿਆਂ ਲਈ ਕੋਈ ਥਾਂ ਨਹੀਂ ਹੁੰਦੀ। ਉਹ ਹਸਰਤ ਭਰੀਆਂ ਨਜ਼ਰਾਂ ਨਾਲ ਸਭ ਕੁਝ ਵੇਖਦੇ ਹਨ, ਜਿਵੇਂ ਗੱਡੀ ਦੇ ਲੰਘ ਜਾਣ ਮਗਰੋਂ ਰਹਿ ਗਈਆਂ ਸਵਾਰੀਆਂ ਗੱਡੀ ਨੂੰ ਵੇਖਦੀਆਂ ਹਨ। ਅਜੋਕੇ ਜੀਵਨ ਦਾ ਦੁਖਾਂਤ ਇਹ ਹੈ ਕਿ ਕੋਈ ਨਹੀਂ ਮੰਨਦਾ ਕਿ ਉਹ ਧੋਖੇਬਾਜ਼ ਹੈ, ਪਰ ਹਰ ਕਿਸੇ ਨੂੰ ਆਪਣੇ ਨਾਲ ਧੋਖਾ ਹੋ ਰਿਹਾ ਪ੍ਰਤੀਤ ਹੁੰਦਾ ਹੈ। ਧੋਖੇਬਾਜ਼ਾਂ ਨੂੰ ਤਾਂ ਉਹ ਵੀ ਨਫ਼ਰਤ ਕਰਦੇ ਹਨ ਜਿਨ੍ਹਾਂ ਲਈ ਉਹਨਾਂ ਨੇ ਦੂਜਿਆਂ ਨੂੰ ਧੋਖਾ ਦਿੱਤਾ ਹੁੰਦਾ ਹੈ। ਆਪਸੀ ਸਬੰਧਾਂ ਵਿੱਚ ਧੋਖਾ ਦੇਣ ਦੀ ਉਦੋਂ ਲੋੜ ਉਪਜਦੀ ਹੈ ਜਦੋਂ ਲਾਲਚ ਅਤੇ ਨਫ਼ਰਤ ਨੂੰ ਕਾਬੂ ਕਰਨਾ ਸੰਭਵ ਨਾ ਹੋਵੇ। ਜਦੋਂ ਇਮਾਨਦਾਰੀ ਮਾਰੂਥਲ ਵਿੱਚ ਕੀਤੇ ਪੈਂਡੇ ਵਾਂਗ ਅਤੇ ਰੇਗਿਸਤਾਨ ਵਿੱਚ ਗੁਆਚੇ ਮੀਂਹ ਵਾਂਗ ਹੋ ਜਾਵੇ ਤਾਂ ਦੂਜਿਆਂ ਦੇ ਰਾਹਾਂ ਵਿੱਚ ਜਗਣ ਦੀ ਇੱਛਾ ਮਾਂਦ ਪੈ ਜਾਂਦੀ ਹੈ। ਆਪਣੇ ਨਾਲ ਹੁਣ ਧੋਖਾ ਹੋਣ ਦਾ ਡਰ ਇਤਨਾ ਬਲਵਾਨ ਹੋ ਗਿਆ ਕਿ ਹੁਣ ਅਸੀਂ ਕੋਈ ਵੀ ਕੰਮ ਸੱਚੀ ਦਿਲਚਸਪੀ ਨਾਲ ਨਹੀਂ ਕਰਦੇ। ਹੁਣ ਤਾਂ ਸਾਨੂੰ ਹਰ ਵੇਲੇ ਹਰ ਥਾਂ ਇਹ ਵੀ ਡਰ ਲੱਗਾ ਰਹਿੰਦਾ ਹੈ ਕਿ ਕੋਈ ਸਾਡੇ ਵੰਡੇ ਦੇ ਪਾਣੀ ਨਾਲ ਨਹਾ ਜਾਵੇਗਾ। ਅਸੀਂ ਜਾਣਦੇ ਹਾਂ ਕਿ ਜੋਸ਼, ਜਨੂੰਨ ਅਤੇ ਦਿਲਚਸਪੀ ਬਿਨਾਂ ਕੋਈ ਜਿੱਤ ਪੱਕੇ ਰੰਗਾਂ ਵਾਲੀ ਨਹੀਂ ਹੁੰਦੀ, ਪਰ ਫਿਰ ਵੀ ਧੋਖਾ ਦੇਣ ਅਤੇ ਧੋਖਾ ਖਾਣ ਲਈ ਅਸੀਂ ਬਹੁਤ ਮਜਬੂਰ ਹਾਂ। ਇਹੀ ਕਾਰਨ ਹੈ ਕਿ ਧੋਖੇ ਦੀ ਸਰਵ ਵਿਆਪਕ ਬਿਰਤੀ ਕਾਰਨ ਹੁਣ ਕੋਈ ਵੀ ਪ੍ਰਾਪਤੀ ਸਾਨੂੰ ਲੰਮਾ ਅਰਸਾ ਸੰਤੁਸ਼ਟ ਨਹੀਂ ਕਰਦੀ। ਧੰਨਵਾਦ।